हाँ जी प्यारे साथियों, सत श्री अकाल सारिਆਂ ਨੂੰ ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ। ਤੇ ਆਪਣੀ ਕਲਾਸ ਹੈਗੀ ਆ ਪੋਲਿਟੀ ਦੀ, ਜਿਹਦੇ ਵਿੱਚ ਆਪਾਂ NCERT ਦੀ ਪੋਲਿਟੀ ਕਰਦੇ ਪਏ ਆ ਕਲਾਸ 8th ਦੀ ਪ੍ਰੋਪਰ ਬੁੱਕ ਤੋਂ ਚੈਪਟਰ ਰੀਡ ਕਰਕੇ। ਠੀਕ ਆ, ਤੇ ਆਪਣਾ ਬਸ ਅੱਜ 8th ਕਲਾਸ ਦੀ ਪੋਲਿਟੀ ਕੰਪਲੀਟ ਹੋ ਜੂਗੀ, ਕਿਉਂਕਿ ਆਪਾਂ ਐਂਡ ਤੋਂ ਸਟਾਰਟ ਕੀਤੇ ਸੀ। ਚੈਪਟਰ ਆਪਣੇ ਟੋਟਲ ਹੈਗੇ ਸੀ 10। ठीक है, 10 चैप्टर सीगे अपने। 10वां चैप्टर किया, 9वां किया, 8वां 7वां 6वां छना 5वां चौथा तीजा दूजा, ते अज आपां पहुंच चुके हैं पहले चैप्टर ते साडा पहला चैप्टर हैगा वा भारती संविधान। वैसे तो ओवरऑल असीं संविधान पढ़ते आए हैं, जदों असीं पढ़ते हैं भी साडे संविधान दे विच इन्ने आर्टिकल है जी, इन्नियां अनुसूचियां वा ते इन्ने भाग आ, है ना। ਤੇ ਪਰ ਇਹ ਆ ਕਿ NCERT ਦੇ ਵਿੱਚ ਸਾਨੂੰ ਕੁਝ ਐਦਾਂ ਦੀਆਂ ਸਟੇਟਮੈਂਟ ਮਿਲ ਜਾਂਦੀਆਂ ਜੋ ਸਟੇਟਮੈਂਟ ਸਿੱਧੀਆਂ ਨਹੀਂ ਸਿੱਧੀਆਂ ਸਾਡੇ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ। ਠੀਕ ਆ, ਤੇ 8th ਕਲਾਸ ਦੀ ਪੋਲਿਟੀ ਦੇ ਵਿੱਚੋਂ ਦਾ ਬਹੁਤ ਜ਼ਿਆਦਾ ਪੁੱਛੀਆਂ ਜਾਂਦੀਆਂ। ਠੀਕ ਆ, ਤੇ ਇਹ ਜਿਹੜਾ ਚੈਪਟਰ ਹੈਗਾ ਬਹੁਤ ਜ਼ਿਆਦਾ ਇੰਪੋਰਟੈਂਟ ਆ, ਤੇ ਇਹਦੇ ਨਾਲ ਹੀ ਅੱਜ ਦੀ ਇਸ ਕਲਾਸ ਦੇ ਨਾਲ ਸਾਡੀ 8th ਕਲਾਸ ਦੀ ਜਿਹੜੀ ਪੋਲਿਟੀ ਆ ਉਹ ਫੁੱਲੀ ਕੰਪਲੀਟ ਹੋ ਜੂਗੀ। ਪੂਰੀ मतलब पूरा एक ਬਰੀਕੀ ਦੇ ਨਾਲ ਪੜਨ ਦੇ ਨਾਲ ਆਪਣੀ ਅੱਜ ਇਹ ਪੋਲਿਟੀ ਜਿਹੜੀ ਆ ਉਹ ਕੰਪਲੀਟ ਹੋ ਜੂਗੀ। ਤੇ ਇਸ ਤੋਂ ਬਾਅਦ ਆਪਾਂ 7th ਕਲਾਸ ਦੀ ਪੋਲਿਟੀ ਜਿਹੜੀ ਸਟਾਰਟ ਕਰਨੀ ਆ। ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇੱਕ ਵਧੀਆ ਤੁਹਾਡੀ ਵੀ ਇੰਟਰੈਕਸ਼ਨ ਰਹੀ, ਤੇ ਆਪਾਂ ਬਹੁਤ ਸੋਹਣੀ ਪੋਲੀਟੀਕਲ ਜਿਹੜੀ ਆ ਕੰਪਲੀਟ ਕਰ ਲਈ। ਤੇ ਆਪਾਂ ਆਹ ਵਾਲਾ ਚੈਪਟਰ ਕਰਨ ਤੋਂ ਬਾਅਦ ਆਪਾਂ ਹੁਣ 7th ਕਲਾਸ ਦੀ ਪੋਲਿਟੀ ਜਿਹੜੀ ਆ ਉਹ ਸਟਾਰਟ ਕਰਾਂਗੇ। ਤੇ ਜਿਨ੍ਹਾਂ ਦੀ 8th ਕਲਾਸ ਦੀ ਪੋਲਿਟੀ ਦੀ ਪਲੇਲਿਸਟ ਦੇ ਵਿੱਚੋਂ ਕੋਈ ਵੀ ਵੀਡੀਓ ਮਿਸ ਆ, ਪਲੇਲਿਸਟ ਪੂਰੀ ਬਣੀ ਆ, ਤੇ ਪਲੇਲਿਸਟ ਮੈਂ ਇੱਕ ਟੈਲੀਗ੍ਰਾਮ ਤੇ ਵੀ ਸ਼ੇਅਰ ਕਰ ਦੂੰਗੀ। ਡਿਸਕ੍ਰਿਪਸ਼ਨ ਦੇ ਵਿੱਚ ਵੀ ਪਲੇਲਿਸਟ ਪਈ ਹੁੰਦੀ ਆ, ਤੇ ਤੁਸੀਂ ਜ਼ਰੂਰ ਇਹ ਚੈੱਕ ਕਰ ਲੈਣੀ ਆ, ਕਿਉਂਕਿ ਇਸ ਤੋਂ ਬਾਅਦ ਆਪਾਂ 7th ਕਲਾਸ ਦੀ ਪੋਲਿਟੀ ਤੇ ਜਾਣਾ। ਵੇਖੋ ਹੁਣ ਆਪਾਂ ਜਾਣੇ ਇੱਕ ਵਾਰੀ ਇਹ ਚੈਪਟਰ ਆਪਾਂ ਕਰ ਲਈਏ ਜਿਹੜਾ ਆਪਣਾ ਇੱਕ ਬਚ ਗਿਆ। ਜਦੋਂ ਅਸੀਂ ਭਾਰਤੀ ਸੰਵਿਧਾਨ ਦੀ ਗੱਲ ਕਰਦੇ ਆ ਤਾਂ ਇੱਕ ਸਵਾਲ ਦਿੱਤਾ ਇਹਨਾਂ ਨੇ ਚੈਪਟਰ ਦੀ ਸਟਾਰਟਿੰਗ ਤੇ, ਜੋ ਕਿ ਬੱਚਿਆਂ ਦੇ ਮਨ ਦੇ ਵਿੱਚ ਵੀ ਆਉਂਦਾ ਹੋਊਗਾ ਤੇ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਵੀ ਆਉਣਾ ਚਾਹੀਦਾ ਕਿ ਕਿਸੇ ਦੇਸ਼ ਨੂੰ ਸੰਵਿਧਾਨ ਦੀ ਜ਼ਰੂਰਤ ਕਿਉਂ ਪੈਂਦੀ ਹੈ। ਕੋਈ ਵੀ ਕੰਟਰੀ ਆ ਉਹਨੂੰ ਆਪਣੇ ਕਨਸਟੀਟਿਊਸ਼ਨ ਦੀ ਲੋੜ ਕਿਉਂ ਪੈਂਦੀ ਆ। ਹੁਣ ਇੱਕ ਬਹੁਤ ਹੀ ਘੈਂਟ ਤੇ ਬਹੁਤ ਹੀ ਜ਼ਬਰਦਸਤ ਸਟੇਟਮੈਂਟ ਆ, ਜਿਹਦੇ ਕਿ 99% ਚਾਂਸ ਆ ਕਿ ਸਿੱਧੀ ਦੀ ਸਿੱਧੀ ਸਟੇਟਮੈਂਟ ਬਣ ਸਕਦੀ ਆ, ਖਾਸ ਕਰਕੇ PSTET ਦੇ ਪੇਪਰ ਦੇ ਵਿੱਚ SST ਪੁੱਛਣ ਵਾਲਿਆਂ ਨੂੰ। ਪਤਾ ਕਿਉਂ? ਕਿਉਂਕਿ ਮੈਂ ਅੱਗੇ ਵੀ ਬੜੀਆਂ ਵੀਡੀਓ 'ਚ ਕਹਿ ਚੁੱਕੀ ਆ ਵੀ SST ਪੁੱਛਣ ਵਾਲੇ, ਖਾਸ ਕਰਕੇ ਜਿਹੜਾ ਪੋਲਿਟੀ ਸਬਜੈਕਟ ਆ, ਸਾਨੂੰ PSTET ਵਾਲਿਆਂ ਨੂੰ ਜ਼ਿਆਦਾ ਆਰਟੀਕਲ ਨਹੀਂ ਪੁੱਛੇ ਜਾਂਦੇ। ਸਾਨੂੰ ਆਰਟੀਕਲ 1 2 ਜਾਂ 3 4 ਆਰਟੀਕਲ ਪੁੱਛ ਲੈਣਗੇ, ਕਿੰਨੇ ਕੁ ਜ਼ਿਆਦਾ ਆਰਟੀਕਲ ਪੁੱਛ ਲੈਣਗੇ, ਪਰ ਜਿਹੜੀਆਂ ਬਰੀਕੀ ਦੀਆਂ ਚੀਜ਼ਾਂ ਸਾਡੇ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਵਾ ਉਹ ਤੁਹਾਨੂੰ ਪਤਾ ਨਹੀਂ ਹੁੰਦਾ। ਉਹ ਸਾਰੀਆਂ ਤੁਹਾਨੂੰ ਮਿਲਣਗੀਆਂ ਮੇਰੀਆਂ ਕਲਾਸਾਂ ਤੇ ਇੱਕ ਵਾਰੀ ਪਲੇ ਲਿਸਟਾਂ NCERT ਦੀ ਪੋਲਿਟੀ ਦੀਆਂ ਜ਼ਰੂਰ ਜਾ ਕੇ ਚੈੱਕ ਕਰਿਓ। ਵੇਖੋ ਇਹਨਾਂ ਨੇ ਇੱਕ ਐਡੀ ਕੁ ਘੈਂਟ ਸਟੇਟਮੈਂਟ ਦਿੱਤੀ ਤੇ ਕਿਤੇ ਨਾ ਕਿਤੇ ਉਹ ਸਹੀ ਵੀ ਆ। ਕਹਿੰਦੇ ਸਾਰੇ ਲੋਕਤੰਤਰਿਕ ਦੇਸ਼ਾਂ ਕੋਲ ਸੰਵਿਧਾਨ ਜ਼ਰੂਰ ਹੋਵੇਗਾ। ਠੀਕ ਹੈ, ਜਿੰਨੇ ਵੀ ਡੈਮੋਕ੍ਰੈਟਿਕ ਕੰਟਰੀ ਆ ਉਹਨਾਂ ਦੇ ਕੋਲ ਉਹਨਾਂ ਦਾ ਸੰਵਿਧਾਨ ਜ਼ਰੂਰ ਹੋਊਗਾ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜਿਨ੍ਹਾਂ ਦੇਸ਼ਾਂ ਕੋਲ ਆਪਣਾ ਸੰਵਿਧਾਨ ਹੈ ਉਹ ਲੋਕਤੰਤਰੀ ਹਨ। ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਮਤਲਬ ਜਿੰਨੀਆਂ ਵੀ ਡੈਮੋਕ੍ਰੈਟਿਕ ਕੰਟਰੀਆਂ ਵਾ ਉਹਨਾਂ ਦੇ ਕੋਲ ਸੰਵਿਧਾਨ ਹੋਊਗਾ, ਪਰ ਆਪਾਂ ਇਹ ਮਤਲਬ ਨਹੀਂ ਕੱਢ ਸਕਦੇ ਵੀ ਜਿੰਨੀਆਂ ਵੀ ਕੰਟਰੀਆਂ ਵਾ ਜਿਨ੍ਹਾਂ ਦੇ ਕੋਲ ਆਪਣਾ ਸੰਵਿਧਾਨ ਹੈਗਾ ਉਹ ਡੈਮੋਕ੍ਰੈਟਿਕ ਕੰਟਰੀ। ਮਤਲਬ ਸੰਵਿਧਾਨ ਹੋਣ ਦੇ ਬਾਵਜੂਦ ਵੀ ਉਹ ਡੈਮੋਕ੍ਰੈਟਿਕ ਕੰਟਰੀਆਂ ਨਹੀਂ ਹੈਗੀਆਂ, ਇਹ ਚੀਜ਼ ਆ। ਹੁਣ ਏਦਾਂ ਦੀਆਂ ਕਿਹੜੀਆਂ ਕੰਟਰੀਜ਼ ਆ ਜਿਹੜੀਆਂ ਨੌਨ ਡੈਮੋਕ੍ਰੈਟਿਕ ਆ? ਨੌਨ ਡੈਮੋਕ੍ਰੈਟਿਕ ਕੰਟਰੀਜ਼, ਠੀਕ ਹੈ, ਨੌਨ ਡੈਮੋਕ੍ਰੈਟਿਕ ਕੰਟਰੀਜ਼। ਠੀਕ ਹੈ, ਮੇਨ ਕਰ ਲਓ ਸਊਦੀ ਅਰਬ। ਠੀਕ ਹੈ, ਸਊਦੀ ਅਰਬ ਜਿਹੜਾ ਵਾ ਇਹਦੇ ਕੋਲ ਆਪਣਾ ਸੰਵਿਧਾਨ ਹੈਗਾ, ਪਰ ਪਤਾ ਨਹੀਂ ਛੱਤ ਦੇ ਵਿੱਚੋਂ ਕਾਦੀ ਛਾਂ ਦੀ ਆਵਾਜ਼ ਜੀ ਆਈ,
ਤੇ ਮੈਨੂੰ ਲੱਗਿਆ ਵੀ ਸੱਪ ਹੋਊਗਾ, ਮੈਂ ਤਾਂ ਡਰ ਗਈ। ਠੀਕ ਹੈ, ਸਾਊਦੀ ਅਰਬ, ਠੀਕ ਹੈ, ਇਹ ਜਿਹੜਾ ਵਾ ਇਹਦੇ ਕੋਲ ਆਪਣਾ ਸੰਵਿਧਾਨ ਹੈਗਾ, ਪਰ ਇਹ ਡੈਮੋਕ੍ਰੇਟਿਕ ਕੰਟਰੀ ਨਹੀਂ ਆ। ਠੀਕ ਹੈ, ਕਤਰ ਹੋ ਗਿਆ, ਬਹਿਰੀਨ ਹੋ ਗਿਆ, ਮੋਰਾਕੋ ਹੋ ਗਿਆ, ਜਾਰਡਨ ਹੋ ਗਿਆ, ਵੈਨਜ਼ੂਏਲਾ ਹੋ ਗਿਆ। ਇਹ 4-5 ਮੈਂ ਲਿਖੀਆਂ, ਵੈਸੇ ਇਹਨਾਂ ਦੀ ਲਿਸਟ ਹੀ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਸੈਂਡ ਕਰ ਦੂੰਗੀ। ਠੀਕ ਆ, ਤੇ ਇਹ ਜਿਹੜੀਆਂ ਵਾ ਨੌਨ ਡੈਮੋਕ੍ਰੇਟਿਕ ਕੰਟਰੀ ਆ। ਆਹ ਸਟੇਟਮੈਂਟ ਬਹੁਤ ਜ਼ਿਆਦਾ ਜ਼ਰੂਰੀ ਆ। ਸਟੇਟਮੈਂਟ ਕੀ ਆ ਕਿ ਹਰ ਇੱਕ ਲੋਕਤੰਤਰਿਕ ਦੇਸ਼ ਦੇ ਕੋਲ ਆਪਣਾ ਸੰਵਿਧਾਨ ਹੋਊਗਾ, ਪਰ ਇਹ ਜ਼ਰੂਰੀ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਦੇਸ਼ ਦੇ ਕੋਲ ਆਪਣਾ ਸੰਵਿਧਾਨ ਹੈ ਉਹ ਡੈਮੋਕ੍ਰੇਟਿਕ ਕੰਟਰੀ ਆ। ਮਤਲਬ ਨੌਨ ਡੈਮੋਕ੍ਰੇਟਿਕ ਕੰਟਰੀਜ਼ ਵੀ ਹੈਗੀਆਂ ਵਾ, ਪਰ ਉਹਨਾਂ ਦੇ ਕੋਲ ਆਪਣਾ ਸੰਵਿਧਾਨ ਹੈਗਾ। ਇਹ ਕਨਸੈਪਟ ਨੂੰ ਜਿਹੜਾ ਵਾ ਧਿਆਨ ਦੇ ਨਾਲ ਸਮਝਿਓ। ਅੱਗੇ ਚੱਲਦੇ ਆ ਆਪਾਂ ਅਗਲੇ ਪੁਆਇੰਟ ਤੇ। ਉਸ ਤੋਂ ਬਾਅਦ ਸਾਡੇ ਕਈਆਂ ਬੱਚਿਆਂ ਨੂੰ ਭੁਲੇਖਾ ਹੁੰਦਾ ਵਾ ਕਿ ਸਾਡਾ ਸਿੱਧਾ ਸੰਵਿਧਾਨ ਬਣ ਗਿਆ। ਨਹੀਂ, ਸਾਡਾ ਸੰਵਿਧਾਨ ਬਣਨ ਤੋਂ ਪਹਿਲਾਂ ਇੱਕ ਸਾਡੀ ਬ੍ਰਿਟਿਸ਼ ਗਵਰਨਮੈਂਟ ਦੇ ਅਧੀਨ ਸਾਡੀ ਸਭਾ ਬਣਦੀ, ਕਿਉਂਕਿ ਸਾਨੂੰ ਪਤਾ ਕਿ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ, ਸਾਡਾ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ, ਤੇ ਅੰਗਰੇਜ਼ਾਂ ਦੀ ਅਧੀਨਗੀ ਦੇ ਹੇਠ ਪਹਿਲਾਂ ਸਾਡੀ ਕੀ ਆ, ਸਾਡੀ ਸੰਵਿਧਾਨਕ ਸਭਾ ਬਣਦੀ ਆ। ਸੰਵਿਧਾਨਕ ਸਭਾ ਦੀ ਮੰਗ ਕਦੋਂ ਉੱਠੀ? 1934 ਈਸਵੀ ਦੇ ਵਿੱਚ। ਕਿਹਦੇ ਵੱਲੋਂ? ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ, ਭਾਰਤੀ ਰਾਸ਼ਟਰੀ ਕਾਂਗਰਸ ਦੇ ਵੱਲੋਂ ਸੰਵਿਧਾਨ ਸਭਾ ਦੀ ਜਿਹੜੀ ਮੰਗ ਉੱਠੀ ਸੀ, ਇਹਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਜਦੋਂ ਮੰਗ ਉੱਠੀ ਤਾਂ ਅੰਗਰੇਜ਼ਾਂ ਨੇ 8 ਅਗਸਤ 1940 ਨੂੰ ਸਾਨੂੰ ਇੱਕ ਆਫਰ ਦਿੱਤੀ। ਆਫਰ ਕੀ ਦਿੱਤੀ? ਵੀ ਚਲੋ ਤੁਸੀਂ ਆਪਣੀ ਸੰਵਿਧਾਨਕ ਸਭਾ ਬਣਾ ਲਓ, ਹਨਾ। 8 ਅਗਸਤ 1940 ਨੂੰ, ਇਸੇ ਕਰਕੇ ਇਹਨੂੰ ਅਗਸਤ ਆਫਰ ਕਿਹਾ ਜਾਂਦਾ। ਜਦੋਂ ਅਗਸਤ ਆਫਰ ਸਾਨੂੰ ਮਿਲੀ, ਉਸ ਸਮੇਂ ਜਿਹੜਾ ਭਾਰਤ ਦਾ ਵਾਇਸਰਾਏ ਸੀ ਉਹ ਹੈਗਾ ਸੀ ਲਾਰਡ ਲਿਨਲਿਥਗੋ। ਅੱਛਾ, ਇੱਕ ਕੀ ਚੀਜ਼, ਸੰਦੀਪ ਬਨਾਰਸੀ ਦਾ ਕੁਐਸਚਨ ਆਇਆ ਸੀ ਟੈਲੀਗ੍ਰਾਮ ਤੇ, ਮੈਨੂੰ ਇਹ ਹੀ ਕਿ ਚੱਲ ਮੈਂ ਵੀਡੀਓ 'ਚ ਦੱਸ ਦੂੰਗੀ। ਉਹਨਾਂ ਨੇ ਪੁੱਛਿਆ ਸੀ ਕਿ ਗਵਰਨਰ ਜਨਰਲ ਤੇ ਵਾਇਸਰਾਏ ਦਾ ਅਹੁਦਾ ਸੇਮ ਆ? ਨਹੀਂ ਜੀ ਵੀਰੇ, ਇਹ ਫਰਕ ਆ। ਵੇਖੋ, ਸਭ ਤੋਂ ਪਹਿਲਾਂ ਗਵਰਨਰ ਦਾ ਅਹੁਦਾ ਸੀਗਾ, ਗਵਰਨਰ ਦਾ ਅਹੁਦਾ ਬਦਲ ਕੇ ਇਹਨਾਂ ਨੇ ਗਵਰਨਰ ਜਨਰਲ ਕੀਤਾ, ਤੇ ਗਵਰਨਰ ਜਨਰਲ ਤੋਂ ਬਦਲ ਕੇ ਫਿਰ ਇਹਨਾਂ ਨੇ ਵਾਇਸਰਾਏ ਕੀਤਾ ਸੀ। ਮਤਲਬ ਇਹ ਵੀ ਅਹੁਦਾ ਸੇਮ ਸੀ, ਅਹੁਦੇ ਦਾ ਨਾਮ ਚੇਂਜ ਕੀਤਾ ਸੀ। ਠੀਕ ਹੈ, ਪਰ ਇਹ ਆ ਵੀ ਅਸੀਂ ਜਿੱਥੇ ਵਾਇਸਰਾਏ ਦਾ ਅਹੁਦਾ ਆ ਗਿਆ, ਮਤਲਬ ਕਿ ਨਾਮ ਜਿੱਥੇ ਵਾਇਸਰਾਏ ਆ ਗਿਆ ਉੱਥੇ ਹੀ ਵਾਇਸਰਾਏ ਨਾਮ ਹੀ ਵਰਤਾਂਗੇ, ਤੇ ਜਿੱਥੇ ਗਵਰਨਰ ਜਨਰਲ ਨਾਮ ਆ ਉੱਥੇ ਅਸੀਂ ਗਵਰਨਰ ਜਨਰਲ ਹੀ ਵਰਤਾਂਗੇ। ਮਤਲਬ ਇਹ ਕਿ ਅਹੁਦਾ ਸੇਮ ਆ, ਪਰ ਨਾਮ ਚੇਂਜ ਕੀਤਾ ਸੀ ਇਹਨਾਂ ਨੇ ਅਹੁਦਾ, ਪਹਿਲਾਂ ਗਵਰਨਰ, ਫਿਰ ਗਵਰਨਰ ਜਨਰਲ, ਫਿਰ ਵਾਇਸਰਾਏ। ਇਹਦੇ ਵਿੱਚ ਫਰਕ ਆ। ਠੀਕ ਹੈ, ਬਸ ਨਾਮ ਦਾ ਫਰਕ ਆ। ਇਹ ਸੰਦੀਪ ਬਨਾਰਸੀ ਜੀ ਤੁਹਾਡਾ ਕੁਐਸਚਨ ਸੀ, ਇਹ ਸੀ ਤੁਹਾਡੇ ਕੁਐਸਚਨ ਦਾ ਰਿਪਲਾਈ। ਠੀਕ ਹੈ, ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। 8 ਅਗਸਤ 1940 ਨੂੰ ਅਗਸਤ ਆਫਰ ਆਇਆ, ਕਾਦੇ ਵਾਸਤੇ? ਵੀ ਆਪਣੀ ਸੰਵਿਧਾਨਕ ਸਭਾ ਭਾਰਤੀਓ ਤੁਸੀਂ ਬਣਾ ਲਓ। ਠੀਕ ਹੈ, ਪਰ ਇਹਨੂੰ ਜਿਹੜਾ ਸੀ ਰਿਜੈਕਟ ਕਰਤਾ ਸੀਗਾ, ਕਿਉਂਕਿ ਇਹ ਚਾਹੁੰਦੇ ਸੀ ਵੀ ਸਾਡੀ ਅਧੀਨਗੀ ਦੇ ਹੇਠ, ਮਤਲਬ ਕਿ ਕੋਈ ਭਾਰਤੀ ਮੈਂਬਰ ਨਹੀਂ ਸੀ ਇਹ ਸ਼ਾਮਲ ਕਰਦੇ, ਹਨਾ, ਜਿਹੜੀ ਸਿੱਧੀ ਜੀ ਗੱਲ ਹੀ। ਤੇ ਭਾਰਤੀ ਰਾਸ਼ਟਰੀ ਕਾਂਗਰਸ ਤੇ ਮੁਸਲਿਮ ਲੀਗ ਨੇ ਇਹਨੂੰ ਠੁਕਰਾਇਆ ਸੀ। ਅੱਗੇ ਜਾ ਕੇ ਫੇਰ ਠੁਕਰਾਇਆ, ਕਿਉਂਕਿ 22 ਮਾਰਚ 1942 ਨੂੰ ਆਉਂਦਾ ਵਾ ਕ੍ਰਿਪਸ ਮਿਸ਼ਨ ਪਲਾਨ। ਠੀਕ ਹੈ, ਕ੍ਰਿਪਸ ਮਿਸ਼ਨ ਪਲਾਨ ਆਉਂਦਾ ਵਾ, ਤੇ ਇਹ ਜਿਹੜਾ ਸੀਗਾ, ਇਹਦੇ ਸਮੇਂ ਸਾਡਾ ਵਾਇਸਰਾਏ ਹੈਗਾ ਸੀ ਲਾਰਡ ਵੈਵਲ। ਭਾਰਤ ਦਾ ਜਿਹੜਾ ਇਹਨਾਂ ਨੇ ਵਾਇਸਰਾਏ ਬਣਾਇਆ ਸੀ ਉਹ ਹੈਗਾ ਸੀ ਲਾਰਡ ਵੈਵਲ। ਜਦੋਂ 22 ਮਾਰਚ 1942 ਨੂੰ ਕ੍ਰਿਪਸ ਮਿਸ਼ਨ ਆਇਆ, ਹੁਣ ਹੋਇਆ ਕੀ? ਆਇਆ ਤੇ ਸਾਡੀ ਸਭਾ ਬਣਾਉਣ, ਭਾਰਤੀਆਂ ਦੀ ਸਭਾ ਬਣਾਉਣ, ਪਰ ਇਹਨਾਂ ਨੇ ਕੋਈ ਭਾਰਤੀ ਮੈਂਬਰ ਹੀ ਨਹੀਂ ਵਿੱਚ ਸ਼ਾਮਲ ਕੀਤਾ। ਸਾਰੇ 4-5 ਜਿੰਨੇ ਵੀ ਆਏ ਅੰਗਰੇਜ਼ ਹੀ ਆਏ ਤਾਂ ਸਾਡੀ ਸਭਾ ਬਣਾਉਣ, ਪਰ ਕੋਈ ਇਹਨਾਂ ਨੇ ਭਾਰਤੀ ਬੰਦਾ ਜਿਹੜਾ ਵਿੱਚ ਸ਼ਾਮਿਲ ਹੀ ਨਹੀਂ ਕੀਤਾ, ਭਾਰਤੀ ਮੈਂਬਰ। ਤੇ ਸਾਡੇ ਵਾਲੇ ਕਹਿੰਦੇ ਸਾਡੇ ਲਈ ਸਭਾ ਬਣਨੀ ਆ, ਭਾਰਤ ਲਈ ਬਣਨੀ ਆ, ਤੇ ਭਾਰਤ ਦਾ ਤੇ ਕੋਈ ਤੁਸੀਂ ਮੈਂਬਰ ਨਹੀਂ ਵਿੱਚ ਸ਼ਾਮਿਲ ਕੀਤਾ। ਕਹਿੰਦੇ ਅਸੀਂ ਨਹੀਂ ਮੰਨਦੇ, ਅਸੀਂ ਨਹੀਂ ਬਣਾਉਣੀ। ਠੀਕ ਹੈ, ਮਤਲਬ ਇੱਕ ਕਹਿ ਲਓ ਵਿਵਾਦ ਚੱਲਦਾ ਰਿਹਾ, ਨਹੀਂ ਮੰਨੇ, ਵਾਪਸ ਮੁੜ ਗਿਆ, ਹਨਾ। ਕ੍ਰਿਪਸ ਮਿਸ਼ਨ ਵਾਪਸ ਮੁੜ ਗਿਆ, ਤੇ ਇਹਨੂੰ ਭੇਜਿਆ ਸੀ ਉਹਨਾਂ ਨੇ ਵੀ ਜਾ ਤੂੰ ਉਹਨਾਂ ਦੀ ਸਭਾ ਬਣਾਇਆ, ਵਾਪਸ ਮੁੜ ਗਿਆ, ਕਹਿੰਦਾ ਉਹ ਨਹੀਂ ਮੰਨਦੇ ਹੈਗੇ, ਤੇ ਚਲੋ ਬਈ ਇਹ ਵਾਪਸ ਚਲ ਗਿਆ, ਹਨਾ, 22 ਮਾਰਚ 1942 ਨੂੰ। ਪਰ ਸਾਡੇ ਵਾਲੇ ਜਿਹੜੇ ਸੀਗੇ ਇਹ ਤਾਂ ਬਸ
कह लो भी बाद च पछताए, हना बाद च भी कह लो भी किन्ने साल बीत गए, 4 साल बीत गए बाद विच लगभग, हना ते फिर वो 4 साल दे विच पछताए होणगे भी किते उदों सभा बना लेंदे चंगे रहिंदे। अज जो भी वंड वंडाइए दा जो चक्कर आ बाद विच हो जांदा, हना ते इन्हां नूं मत जी आ गई 4 सालां दे विच भी उदों साडी सभा बननी चाहीदी, सानूं ऑफर भी मिली ही ते असीं बेवकूफी कीती, हना ते चलो इन्हां नूं मत जी आ गई भी एक वारी आपां अपनी संविधानिक सभा ते बन दईए, बाद च जो वेखी जाऊ, हना इन्हां ने की कीता कैबिनेट मिशन प्लान आया 1946 दे विच, कहंदे महा ही 4 साल लंघे आ, मसां ही 4 सालां बाद फिर किते जाके संविधान सभा बनन दी ऑफर मिली आ, किते हुण ना मूर्खताई कर जिओ, हुण चुप करके बना लो, हुण कोई नहीं बोलूगा। कैबिनेट मिशन प्लान 1946 दे तहत साडी संविधानिक सभा बनी सी। ये पॉइंट बहुत ज्यादा इंपॉर्टेंट आ, ठीक है। आया उदों भी सर स्टैंडर्ड क्रिप्स सीगा, उदों कल्ला आया सी, इत्थे नाल बंदे दे होर आए सी, ए वी अलेक्जेंडर, ओहो उपर लाइन लग गई, ए वी अलेक्जेंडर, सर पैंथिक लॉरेंस, ये 3 बंदे दे नाम याद रखियो। कैबिनेट मिशन प्लान दे ये 3 मैंबर मेन ने, ठीक है। ते इन्हां दे तहत कैबिनेट जे पूछा जावे कि किहड़े मिशन दे तहत भारती संविधानिक सभा बनी, कैबिनेट मिशन प्लान 1946। बहुते बच्चे क्रिप्स मिशन ला आउंदे आ, क्रिप्स मिशन दे तहत नहीं सी बनी, क्रिप्स मिशन नूं तां भजाता सी अगलियां ने खुंडी चका के भी चल तू निकल जा बह बह के, हना ते उस तो बाद जाने आपां अगले पॉइंट ते। ਜਦੋਂ ਅਸੀਂ ਪੰਜਾਬ ਬੋਰਡ ਤੋਂ ਬਾਹਰ ਹੀ ਨਹੀਂ ਨਿਕਲਦੇ, ਅਸੀਂ NCERT ਨੂੰ ਕਦੀ ਛੇੜਿਆ ਹੀ ਨਹੀਂ, ਤੇ ਸਾਨੂੰ ਕੀ ਪਤਾ ਲੱਗੂਗਾ ਵੀ ਜਿਹੜਾ ਸੰਘਰਸ਼ ਆ ਉਹ ਕੀ ਸਾਡੇ ਭਾਰਤ ਵਿੱਚ ਹੀ ਹੋਇਆ ਜਾਂ ਹੋਰਾਂ ਕੰਟਰੀਆਂ ਦੇ ਵਿੱਚ ਵੀ ਹੋਇਆ। ਬਿਲਕੁਲ ਹੋਇਆ। ਆ ਜਿੰਨੇ ਵੀ ਅਸਮਾਨਤਾ, ਭੇਦਭਾਵ, ਗਰੀਬੀ, ਅਮੀਰੀ, ਜੋ ਵੀ ਮੁੱਦੇ ਜਿੰਨੇ ਵੀ ਸਾਡੇ ਭਾਰਤ ਦੇ ਵਿੱਚ ਹੈਗੇ ਆ ਜਾਂ ਸਾਡੇ ਇਤਿਹਾਸ ਦੇ ਵਿੱਚ ਪਹਿਲਾਂ ਰਹੇ ਆ, ਉਹ ਬਾਕੀ ਦੇਸ਼ਾਂ ਵਿੱਚ ਵੀ ਸਾਰਾ ਕੁਝ ਹੋਇਆ। बस ये भी कोई तरीके अलग-अलग आ, हना पर यह कि होया सारियां कंट्रियां दे विच। हुण आपां गल इत्थे कर रहे हैं संविधान दी, ते जदों आपां संविधान दी गल करदे हां, डेमोक्रेटिक कंट्री दी गल करदे हां, ते सानूं साडे भारत तो बाहरलियां कंट्रियां दियां दे संविधान दे बारे सानूं बहुत डाटा मिलदा, ਉਹ मिलदा सिर्फ ते सिर्फ सानूं NCERT दे विचों। साडे पेपरां दे विच अमरीका, अफ्रीका दे अधिकार, रूस, किते रोजा पार्क, किते फलानी ढिमकी, हना ਇਹੋ ਜਿਹਾ ਸਾਰਾ डाटा NCERT ਦੇ ਵਿੱਚ ਸੀ। ਤੇ ਮੇਰੀ ਕੋਸ਼ਿਸ਼ ਇਹੀ ਆ, ਮੈਂ ਤਾਂ ਹੀ ਤੁਹਾਨੂੰ ਕਰਵਾ ਰਹੀ ਆ NCERT ਦੀ ਪੋਲਿਟੀ। ਹੁਣ ਇੱਥੇ ਦੇਖੋ ਕਿ ਨੇਪਾਲ ਦੇ ਵਿੱਚ ਕੀ ਹੁੰਦਾ ਵਾ। ਨੇਪਾਲ ਦੇ ਵਿੱਚ ਬਹੁਤ ਲੰਮੇ ਸਮੇਂ ਸੰਘਰਸ਼ ਕਰਨ ਤੋਂ ਬਾਅਦ 1990 ਦੀ ਗੱਲ ਆ, ਬਹੁਤ ਜ਼ਿਆਦਾ ਸੰਘਰਸ਼ ਹੋਇਆ। ਸੰਘਰਸ਼ ਕਰਨ ਤੋਂ ਬਾਅਦ ਇੱਥੇ 12 ਸਾਲ ਜਿਹੜੀ ਆ मतलब कि लोकतंत्र डेमोक्रेटिक मतलब एक लोकतंत्री ਜਿਹੜੀ ਵਿਵਸਥਾ ਹੀ ਉਹ ਲਾਗੂ ਹੋ ਗਈ 1990 ਤੋਂ। ਜਿਹੜਾ 1990 ਦੇ ਵਿੱਚ ਜਿਹੜਾ ਇੱਥੇ ਨੇਪਾਲ ਦੇ ਵਿੱਚ ਸੰਘਰਸ਼ ਹੋਇਆ, ਉਸ ਸੰਘਰਸ਼ ਦੇ ਨਾਲ ਲੋਕਤੰਤਰਿਕ ਵਿਵਸਥਾ ਤਾਂ ਮਿਲ ਗਈ ਪਰ ਸਿਰਫ 12 ਸਾਲ ਕਾਇਮ ਰਹੀ। ਕਾਰਨ ਇਹ ਵੀ ਰਾਜਾ ਹੀ, ਰਾਜੇ ਦਾ ਨਾਮ ਕੀ ਸੀ? ਜਨੇਂਦਰ। ਇਹ ਜਿਹੜਾ ਜਨੇਂਦਰ ਰਾਜਾ ਹੀ, ਇਹਦੇ ਕੋ ਸਰਕਾਰ ਦੇ ਵਾਧੇ ਕਦਮਾਂ ਨੂੰ ਪੁੱਛਣ मतलब कि ਇਹਦੇ ਕੋ ਕਹਿ ਲਓ ਵੀ ਚੜਾਈ ਜੀ ਨਹੀਂ ਜੜੀ ਗਈ। मतलब ਹੁਣ ਬਣ ਤੇ ਗਿਆ ਲੋਕਤੰਤਰ, ਤੇ ਇਹ ਕੀ ਚਾਹੁੰਦਾ ਸੀ? ਇਹ ਚਾਹੁੰਦਾ ਸੀ ਰਾਜਤੰਤਰ, ਤੇ ਇਹ ਜਰ ਨਹੀਂ ਸੀ ਸਕਿਆ। ਇਹਨੇ ਕੀ ਕੀਤਾ ਵੀ ਇਹਨੇ ਦੁਬਾਰਾ ਬਹੁਤ ਕੁਝ ਹੋਇਆ, ਦੰਗੇ ਫਸਾਦ। ਇਹਨੇ ਕੀ ਕੀਤਾ ਵੀ ਪੂਰੇ ਨੇਪਾਲ ਦੀ ਵਾਗਡੋਰ ਇਹਨੇ ਆਪਣੇ ਹੱਥਾਂ ਵਿੱਚ ਲੈ ਲਈ, ਜਾਂ ਐ ਕਹਿ ਲਓ ਵੀ ਇਹਨੇ ਆਪਣਾ ਕਬਜ਼ਾ ਕਰਕੇ ਫੇਰ ਕਿਹੜਾ ਸਿਸਟਮ ਲਾਗੂ ਕਰਤਾ? ਰਾਜਤੰਤਰ ਵਾਲਾ ਸਿਸਟਮ ਲਾਗੂ ਕਰਤਾ। ਪਰ 1990 ਤੋਂ ਲੈ ਕੇ ਤੇ ਇਹ ਜਿਹੜੀ 1990 ਤੋਂ ਜਿਹੜੀ ਲੋਕਤੰਤਰਿਕ ਵਿਵਸਥਾ ਕਾਇਮ ਰਹੀ, ਉਹ ਸਿਰਫ 12 ਸਾਲ ਹੀ ਰਹੀ, ਕਿਉਂਕਿ ਜਨੇਂਦਰ ਰਾਜੇ ਨੇ ਆ ਕੇ ਨੇਪਾਲ ਨੂੰ ਕੁਚਲਿਆ, ਕਬਜ਼ਾ ਕੀਤਾ ਤੇ ਇਹਨੇ ਆਪਣਾ ਰਾਜਤੰਤਰ ਲਾਗੂ ਕਰਤਾ। ਉਸ ਤੋਂ ਬਾਅਦ ਵੀ ਬਹੁਤ ਕੁਝ ਹੋਇਆ, ਠੀਕ ਆ। ਤੇ ਇਹ ਕੀਤਾ ਕਦੋਂ ਇਹਨੇ? 2005 ਦੇ ਵਿੱਚ ਜਾ ਕੇ, ਠੀਕ ਹੈ। 2005 ਦੇ ਵਿੱਚ ਇਹਨੇ ਨੇਪਾਲ ਨੂੰ ਦੁਬਾਰਾ ਰਾਜਤੰਤਰ ਬਣਾਤਾ ਸੀਗਾ, ਹਨਾ। ਤੇ ਫਿਰ ਜੇਕਰ ਪੁੱਛਿਆ ਜਾਵੇ
ਕਿ ਨੇਪਾਲ ਫਿਰ ਦੁਬਾਰਾ ਡੈਮੋਕ੍ਰੇਟਿਕ ਕੰਟਰੀ ਕਦੋਂ ਬਣਿਆ? 2008 ਦੇ ਵਿੱਚ ਜਾ ਕੇ ਨੇਪਾਲ ਜਿਹੜਾ ਸੀ ਡੈਮੋਕ੍ਰੇਟਿਕ ਕੰਟਰੀ ਬਣਿਆ ਸੀ, ਬਹੁਤ ਜ਼ਿਆਦਾ ਜੱਦੋ-ਜਹਿਦ ਦੇ ਨਾਲ ਤੇ ਬਹੁਤ ਜ਼ਿਆਦਾ ਸੰਘਰਸ਼ ਦੇ ਨਾਲ। ਇੱਥੇ ਫੋਟੋ ਵੀ ਦਿੱਤੀ ਹੋਈ ਆ ਨੇਪਾਲੀਅਨ ਦੀ, ਆਹ ਦੇਖੋ ਸੰਘਰਸ਼ ਕਰਦੇ ਹੋਏ ਇਹਨਾਂ ਨੇ ਫੋਟੋ ਦਿਖਾਈ ਹੋਈ ਆ। ਉਸ ਤੋਂ ਬਾਅਦ ਮੈਕ ਡਿੱਗ ਗਿਆ, ਮੈਕ ਡਿੱਗ ਗਿਆ ਸੀ। ਤੇ ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ ਕਿ ਨੇਪਾਲ ਡੈਮੋਕ੍ਰੇਟਿਕ ਕੰਟਰੀ ਕਦੋਂ ਬਣਿਆ? ਨੇਪਾਲ ਡੈਮੋਕ੍ਰੇਟਿਕ ਕੰਟਰੀ ਬਣਿਆ ਸੀਗਾ 2008 ਦੇ ਵਿੱਚ। ਤੇ ਇੱਕ ਵਾਰੀ ਡੈਮੋਕ੍ਰੇਟਿਕ ਕੰਟਰੀ ਬਣਨ ਤੋਂ ਬਾਅਦ 2005 ਦੇ ਵਿੱਚ ਜਿਨੇਂਦਰ ਨੇ ਰਾਜਤੰਤਰ ਰਾਜ ਲਾਗੂ ਕੀਤਾ ਸੀ। ਨੇਪਾਲ ਦਾ ਹੀ ਕੋਈ ਰਾਜਾ ਸੀ, ਇਹ ਵੀ ਧਿਆਨ ਦੇ ਵਿੱਚ ਰੱਖਿਓ। ਤੇ ਹੁਣ ਆਪਾਂ ਜਾਂਦੇ ਆ ਅਗਲੇ ਪੁਆਇੰਟ ਤੇ। ਦੇਖੋ ਪਿੱਛੇ ਮੈਂ ਤੁਹਾਨੂੰ ਦੱਸ ਕੇ ਗਈ ਕਿ ਨੇਪਾਲ ਜਿਹੜਾ ਵਾ 2008 ਦੇ ਵਿੱਚ ਜਾ ਕੇ ਡੈਮੋਕ੍ਰੇਟਿਕ ਕੰਟਰੀ ਬਣਿਆ। ਤੇ ਜੇਕਰ ਇਹ ਪੁੱਛਿਆ ਜਾਵੇ ਕਿ ਨੇਪਾਲ ਦਾ ਸੰਵਿਧਾਨ ਕਦੋਂ ਬਣਿਆ ਸੀ? 2015 ਦੇ ਵਿੱਚ ਬਣਿਆ ਸੀ। ਇੱਕ ਵਾਰੀ 1990 ਦੇ ਵਿੱਚ ਬਣਦਾ ਵਾ, ਠੀਕ ਆ, ਪਰ 1990 ਤੋਂ ਬਾਅਦ 2005 ਦੇ ਵਿੱਚ ਰਾਜਤੰਤਰ ਸ਼ਾਸਨ ਲਾਗੂ ਹੋ ਜਾਂਦਾ ਵਾ ਕਿਸੇ ਜਨੇਂਦਰ ਰਾਜੇ ਦੀ ਵਜ੍ਹਾ ਕਰਕੇ। ਪਰ ਦੁਬਾਰੇ 2008 ਦੇ ਵਿੱਚ ਬਣਦਾ ਵਾ ਤੇ 2015 ਦੇ ਵਿੱਚ ਜਾ ਕੇ ਨੇਪਾਲ ਦਾ ਸੰਵਿਧਾਨ ਬਣਦਾ। ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਸਾਡੇ ਭਾਰਤੀ ਸੰਵਿਧਾਨ ਦੀ ਗੱਲ ਆਉਂਦੀ ਆ ਚੈਪਟਰ ਦੇ ਵਿੱਚ। ਸਿੰਪਲ ਜੀਆਂ ਗੱਲਾਂ ਦੱਸੀਆਂ ਉਹਨਾਂ ਨੇ, ਗੱਲਾਂ ਬਸ ਕੁਛ ਵੀ ਨਹੀਂ। ਇਹ ਵੀ ਇੱਕ ਤਾਂ ਇਹਨਾਂ ਨੇ ਇਹ ਸਾਨੂੰ ਇਹ ਕਿਹਾ ਤੇ ਵਾਕਿਆ ਹੀ ਇਹ ਗੱਲਾਂ ਸੱਚ ਵੀ ਆ ਵੀ 150 ਸਾਲ ਲਗਭਗ ਅੰਗਰੇਜ਼ ਰਹੇ। ਅਸੀਂ ਮਤਲਬ ਕਿ ਜਦੋਂ ਅੰਗਰੇਜ਼ ਚਲੇ ਗਏ ਅਸੀਂ ਆਜ਼ਾਦੀ ਪ੍ਰਾਪਤ ਕਰ ਲਈ, ਹਨਾ। ਤੇ ਕਿਤੇ ਨਾ ਕਿਤੇ ਭਾਰਤੀ ਲੋਕਾਂ ਨੂੰ ਉਹਨਾਂ ਸਾਰੇ ਜਿੰਨੇ ਵੀ ਉਹ ਸੰਘਰਸ਼ ਦੇ ਵਿੱਚੋਂ ਲੰਘੇ, ਭਾਰਤੀ ਲੋਕਾਂ ਨੂੰ ਇਹ ਸੋਚਣ ਤੇ ਮਜਬੂਰ ਕਰਤਾ ਸੀ, ਜਾਂ ਐ ਕਹਿ ਲਓ ਵੀ ਉਹਨਾਂ ਦੇ ਮਨਾਂ ਦੇ ਅੰਦਰ ਇਹ ਚੀਜ਼ ਭਰਤੀ ਸੀ ਵੀ ਸਾਡਾ ਕੋਈ ਨੇਤਾ ਜਾਂ ਸਾਡਾ ਕੋਈ ਸੰਵਿਧਾਨ ਸਾਡੇ ਆਪਣੇ ਹਿੱਤਾਂ ਅਨੁਸਾਰ ਹੋਣਾ ਚਾਹੀਦਾ। ਮਤਲਬ ਅਸੀਂ ਆਪਣਾ ਨੇਤਾ ਆਪ ਚੁਣ ਸਕੀਏ ਵੀ ਜੋ ਸਾਡੇ ਨਾਲ ਪਿੱਛੇ ਹੋਇਆ ਉਹ ਸਾਡੇ ਨਾਲ ਅੱਗੇ ਨਾ ਹੋਵੇ। ਤੇ ਕਿੰਨੀ ਵਾਕਿਆ ਹੀ ਹੈਰਾਨਗੀ ਵਾਲੀ ਗੱਲ ਆ ਵੀ ਜਦੋਂ ਸਾਡਾ ਸੰਵਿਧਾਨ ਬਣਦਾ, ਇੱਕ ਬੰਨੇ ਤਾਂ ਭਾਰਤ ਪਾਕਿਸਤਾਨ ਦੀ ਵੰਡ ਵੀ ਲਗਭਗ ਤੈਅ ਹੋ ਚੁੱਕੀ ਸੀ, ਕਿੰਨੀ ਸਮਾਜ ਕੁਤਲ ਪੁਤਲ ਕਿੰਨੀ ਮੱਚੀ ਸੀ। ਤੇ ਇੱਕ ਬੰਨੇ ਸੰਵਿਧਾਨ ਬਣਾਉਣਾ, ਸੰਵਿਧਾਨ ਵੀ ਉਹ ਦੇਸ਼ ਦਾ ਜਿੱਥੇ ਅਲੱਗ-ਅਲੱਗ ਧਰਮਾਂ ਦੇ ਲੋਕ ਆ, ਜਿੱਥੇ ਅਲੱਗ-ਅਲੱਗ ਜਾਤੀਆਂ ਦੇ ਲੋਕ ਆ, ਜਿੱਥੇ ਅਲੱਗ-ਅਲੱਗ ਸੱਭਿਆਚਾਰ ਦੇ ਲੋਕ ਆ। ਇੱਕ ਬੰਨੇ ਤਾਂ ਉਹ ਸੰਵਿਧਾਨ ਦਾ ਖਰੜਾ ਤਿਆਰ ਕਰਨਾ, ਉਹ ਸੰਵਿਧਾਨ ਤਿਆਰ ਕਰਨਾ। ਵੇਖੋ ਇੱਕ ਸਾਰੇ ਪੂਰੇ ਭਾਰਤ ਨੂੰ ਇੰਨੇ ਆ ਵਖਰੇਵੇਂ ਹੋਣ ਦੇ ਬਾਵਜੂਦ ਇੱਕ ਮੁੱਠੀ ਦੇ ਵਿੱਚ ਕੰਬਾਈਨ ਕਰਨਾ, ਹਨਾ। ਤੇ ਇੱਕ ਬੰਨੇ ਜਿਹੜੀ ਵੰਡ ਆ ਉਹ ਤੈਅ ਹੋ ਚੁੱਕੀ ਸੀ। ਮੈਂ ਤਾਂ ਇਹ ਮੰਨਦੀ ਹੁੰਦੀ ਆ ਕਿ ਸਾਡਾ ਸੰਵਿਧਾਨ ਬਣਿਆ ਜਿਹੜਾ ਭਾਰਤ ਦਾ ਕਿੰਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਬਣਿਆ, ਹਨਾ। ਇੱਕ ਮਾਣ ਵਾਲੀ ਗੱਲ ਆ ਵੈਸੇ ਇਹ ਚੀਜ਼, ਹਨਾ। ਸੋ ਫਿਰ ਇਹਨਾਂ ਨੇ ਸਾਨੂੰ ਦੋ ਸ਼ਬਦ ਦਿੱਤੇ NCERT ਦੇ ਵਿੱਚ, ਇਸ ਚੈਪਟਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਪੁੱਛੇ ਜਾ ਸਕਦੇ ਆ। ਇੰਟਰ ਕਮਿਊਨਿਟੀ, ਇੰਟਰਾ ਕਮਿਊਨਿਟੀ। ਇੰਟਰ ਕਮਿਊਨਿਟੀ ਦੇ ਵਿੱਚ ਇਹ ਆ ਕਿ ਸਾਡਾ ਸੰਵਿਧਾਨ, ਵੇਖੋ ਸਾਡਾ ਸੰਵਿਧਾਨ ਬਣਿਆ ਕਿਉਂ, ਕਿ ਜੇਕਰ ਕਹਿੰਦੇ ਵੀ ਜੇਕਰ ਸੰਵਿਧਾਨ ਬਣ ਗਿਆ ਵਾ ਤੇ ਡਾਕਟਰ BR ਅੰਬੇਦਕਰ ਦੇ ਕਥਨ ਆ। ਡਾਕਟਰ BR ਅੰਬੇਦਕਰ ਨੇ ਕਿਹਾ ਸੀ ਕਿ ਜੇਕਰ ਸੰਵਿਧਾਨ ਬਣ ਗਿਆ ਤੇ ਜ਼ਰੂਰੀ ਨਹੀਂ ਵੀ ਇਸ ਤੋਂ ਬਾਅਦ ਲੋਕਾਂ ਨਾਲ ਧੱਕਾ ਨਹੀਂ ਹੋਊਗਾ, ਲੋਕਾਂ ਨਾਲ ਧੱਕਾ ਹੋ ਸਕਦਾ ਅਲਪ ਸੰਖਿਅਕ। ਮੈਂ ਤੁਹਾਨੂੰ ਪਿਛਲੇ ਬਹੁਤ ਸਾਰੇ ਚੈਪਟਰਾਂ ਦੇ ਵਿੱਚ ਅਲਪ ਸੰਖਿਅਕ ਸ਼ਬਦ ਕਰਵਾ ਚੁੱਕੀ ਹਾਂ। ਅਲਪ ਸੰਖਿਅਕ ਦਾ ਮਤਲਬ ਹੁੰਦਾ ਵਾ ਜਿਹੜੇ ਲੋਕਾਂ ਦੀ ਸਮਾਜ ਦੇ ਵਿੱਚ ਗਿਣਤੀ ਘੱਟ ਹੋਵੇ, ਅਲਪ ਸੰਖਿਅਕ। ਬਹੁ ਸੰਖਿਅਕ ਜਿਨ੍ਹਾਂ ਦੀ ਗਿਣਤੀ ਜ਼ਿਆਦਾ ਹੋਵੇ। ਤੇ ਡਾਕਟਰ BR ਅੰਬੇਦਕਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਸੰਵਿਧਾਨ ਦੇ ਪਿਤਾਮਾ ਆ, ਹਨਾ। ਤੇ ਇਹਨਾਂ ਨੇ ਕਿਹਾ ਸੀ ਕਿ ਸੰਵਿਧਾਨ ਬਣਨ ਤੋਂ ਬਾਅਦ ਵੀ ਕਿਸੇ ਦੇਸ਼ ਦੇ ਵਿੱਚ ਅਲਪ ਸੰਖਿਅਕ ਲੋਕਾਂ ਨੂੰ ਬਹੁ ਸੰਖਿਅਕ ਲੋਕ ਦਬਾ ਸਕਦੇ ਆ, ਵੀ ਕਿਤੇ ਨਾ ਕਿਤੇ ਜਿਹੜਾ ਵਾ ਮਤਲਬ ਸਰਕਾਰ ਦੇ ਵਿੱਚ ਵੀ ਇਦਾਂ ਦਾ ਕੁਝ ਹੋ ਸਕਦਾ। ਇਸੇ ਹੀ ਕਰਕੇ ਡਾਕਟਰ BR ਅੰਬੇਦਕਰ ਨੇ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੇ ਬਾਰੇ, ਦਲਿਤ ਲੋਕਾਂ ਲਈ ਬਹੁਤ ਕੰਮ ਕੀਤਾ ਇਹਨੇ, ਠੀਕ ਹੈ। ਤੇ ਬਹੁਤ ਵਧੀਆ ਸ਼ਲਾਘਾਯੋਗ ਇਹਨੇ ਕੰਮ ਕੀਤੇ ਸੀ। ਹੁਣ ਇੰਟਰ ਕਮਿਊਨਿਟੀ ਦੇ ਵਿੱਚ ਇਹ ਕਹਿੰਦੇ ਆ ਕਿ ਇੱਕ ਸਮੂਹ ਦੇ ਅਧੀਨ ਦੂਜਾ ਸਮੂਹ, ਕਹਿੰਦੇ ਏਦਾਂ ਨਹੀਂ ਹੋਣਾ ਚਾਹੀਦਾ ਵੀ ਜੇਕਰ ਕਿਸੇ ਵੀ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਵੀ ਇੱਕ ਸਮੂਹ ਦੂਜੇ ਸਮੂਹ ਨੂੰ ਆਪਣੇ ਅਧੀਨ ਕਰੇ,
ਇੱਕ ਤਾਕਤਵਰ ਸਮੂਹ ਇੱਕ ਦੂਜੇ ਕਮਜ਼ੋਰ ਸਮੂਹ ਨੂੰ ਆਪਣੇ ਅਧੀਨ ਕਰੇ, ਇਹਨੂੰ ਕਹਿੰਦੇ ਆ ਇੰਟਰ ਕਮਿਊਨਿਟੀ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਆ ਗਿਆ ਇੰਟਰਾ ਕਮਿਊਨਿਟੀ, ਮਤਲਬ ਇੱਕ ਹੀ ਸਮੂਹ ਦੇ ਵਿੱਚ ਕਈ ਲੋਕ ਹੋਣਗੇ ਹਨਾ, ਤੇ ਉਹ ਇੱਕ ਦੂਜੇ ਨੂੰ ਦਬਾ ਤਾਂ ਨਹੀਂ ਰਹੇ, ਇਹ ਆ ਇੰਟਰਾ ਕਮਿਊਨਿਟੀ। ਸੋ ਨਾ ਹੀ ਇੰਟਰ ਕਮਿਊਨਿਟੀ ਹੋਣੀ ਚਾਹੀਦੀ ਆ, ਨਾ ਹੀ ਇੰਟਰਾ ਕਮਿਊਨਿਟੀ ਹੋਣੀ ਚਾਹੀਦੀ ਆ ਕਿਸੇ ਵੀ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ। ਉਸ ਤੋਂ ਬਾਅਦ ਸਾਡੇ ਭਾਰਤ ਤੇ ਆ ਜਾਓ ਵੀ ਸਾਡਾ ਕਿੰਨੇ ਮੁਸ਼ਕਲ ਹਾਲਾਤਾਂ ਦੇ ਵਿੱਚ ਸਾਡਾ ਭਾਰਤ ਸੰਵਿਧਾਨ ਬਣਿਆ ਹਨਾ, ਵੋਟ ਦਾ ਅਧਿਕਾਰ ਮਿਲ ਗਿਆ ਵੀ ਅਸੀਂ ਆਪਣੀ ਮਰਜ਼ੀ ਨਾਲ ਵੋਟ ਪਾ ਕੇ ਆਪਣਾ ਨੇਤਾ ਖੁਦ ਚੁਣਾਂਗੇ, ਠੀਕ ਆ। ਹੁਣ ਸੰਘਵਾਦ, ਭਾਰਤ ਆਪਾਂ ਕਹਿ ਦਿੰਨੇ ਆ ਭਾਰਤ ਵਿੱਚ ਕਿਹੜੀ ਵਿਵਸਥਾ, ਆਪਾਂ ਕਹਿ ਦਿੰਨੇ ਆ ਸੰਘੀ ਸ਼ਾਸਨ ਪ੍ਰਣਾਲੀ ਆ। ਸੰਘੀ ਸ਼ਾਸਨ ਪ੍ਰਣਾਲੀ ਦਾ ਮਤਲਬ ਇਹ ਆ, ਠੀਕ ਹੈ, ਤੁਹਾਨੂੰ ਨਾ ਬਹੁਤੇ ਬੱਚਿਆਂ ਨੂੰ ਸੰਘਵਾਦ ਜਾਂ ਭਾਰਤ ਵਿੱਚ ਆਪਾਂ ਕਹਿ ਦਿੰਨੇ ਆ ਕਿ ਸੰਘੀ ਢਾਂਚਾ ਵਾ। ਭਾਰਤ ਵਿੱਚ ਕਿਹੜਾ ਢਾਂਚਾ ਵਾ, ਆਪਾਂ ਇਹ ਕਹਿ ਦਿੰਨੇ ਆ ਵੀ ਭਾਰਤ ਦੇ ਵਿੱਚ ਸੰਘੀ ਢਾਂਚਾ ਵਾ, ਕਿ ਜਾਂ ਆਪਾਂ ਕਹਿ ਦਿੰਨੇ ਆ ਕਿ ਸਾਡੇ ਭਾਰਤ ਦੇ ਵਿੱਚ ਫੈਡਰਲ ਸਿਸਟਮ ਆ, ਸੰਘਵਾਦ ਜਾਂ ਫੈਡਰਲਾਈਜ਼ਮ ਆ। ਇਹਦਾ ਮਤਲਬ ਇਹ ਆ ਕਿ ਸਾਡੇ ਦੇਸ਼ ਦੇ ਵਿੱਚ 3 ਪੱਧਰ ਤੇ ਸਰਕਾਰ ਕੰਮ ਕਰੂਗੀ, ਬਸ ਇਹ ਮਤਲਬ ਆ ਸੰਘੀ ਢਾਂਚੇ ਦਾ। ਕਿਹੜੇ ਪੱਧਰ ਤੇ? ਇੱਕ ਸਰਕਾਰ ਹੋਊਗੀ ਸਾਡੀ ਕੇਂਦਰ ਲੈਵਲ ਤੇ, ਇੱਕ ਸਾਡੇ ਕੇਂਦਰ ਸਰਕਾਰ ਹੋਊਗੀ, ਠੀਕ ਆ, ਤੇ ਇੱਕ ਸਾਡੇ ਰਾਜ ਸਰਕਾਰ ਹੋਊਗੀ, ਠੀਕ ਹੈ, ਤੇ ਤੀਜੇ ਨੰਬਰ ਤੇ ਜਿਹੜਾ ਸਾਡਾ ਪੰਚਾਇਤੀ ਰਾਜ ਆ ਜਾਂਦਾ। ਪੰਚਾਇਤੀ ਰਾਜ ਕਰਵਾਉਂਗੀ ਤੁਹਾਨੂੰ ਮੈਂ ਪੋਲੀਟੀਕਲ ਦੇ ਵਿੱਚ, ਇਹ ਸਾਰਾ ਵੈਸੇ ਵੀ ਪੋਲੀਟੀ ਆ ਪਰ ਇਹ NCERT ਦੀ ਪੋਲੀਟੀ ਆ, ਠੀਕ ਆ। ਜਿਹੜੀ ਕੇਂਦਰ ਸਰਕਾਰ ਆ ਇਹ ਸਾਡੀ ਆ ਜਾਂਦੀ ਆ ਸਾਡੀ ਨੈਸ਼ਨਲ ਲੈਵਲ ਤੇ ਰਾਜ ਸਰਕਾਰ ਜਿਹੜੀ ਸਾਡੀ ਆ ਜਾਂਦੀ ਇਹ ਸਾਡੀ ਆ ਜਾਂਦੀ ਆ ਸਟੇਟ ਲੈਵਲ ਤੇ ਜਿਹੜੀ ਪੰਚਾਇਤੀ ਰਾਜ ਆ ਇਹ ਸਾਡੀ ਆ ਜਾਂਦੀ ਆ ਮਤਲਬ ਪਿੰਡ ਪੱਧਰ ਤੇ, ਜਾਂ ਤੁਸੀਂ ਇਹਨੂੰ ਰੂਰਲ ਏਰੀਆ ਕਹਿ ਸਕਦੇ ਆ, ਠੀਕ ਆ। ਸੰਘੀ ਢਾਂਚੇ ਦਾ ਮਤਲਬ ਇਹ ਆ ਕਿ ਸਾਡੇ ਦੇਸ਼ ਦੇ ਵਿੱਚ ਸਰਕਾਰ 3 ਪੱਧਰ ਤੇ ਕੰਮ ਕਰੂਗੀ, ਸੈਂਟਰ ਲੈਵਲ ਤੇ, ਸਟੇਟ ਲੈਵਲ ਤੇ ਪੰਚਾਇਤੀ ਰਾਜ ਪ੍ਰਣਾਲੀ ਯਾਨੀ ਕਿ ਪਿੰਡ ਪੱਧਰ ਤੇ। ਇਹਨੂੰ ਕਹਿੰਦੇ ਆ ਸੰਘੀ ਢਾਂਚਾ, ਤੇ ਸਾਡੇ ਭਾਰਤ ਦੇ ਵਿੱਚ ਕੀ ਆ, ਫੈਡਰਲ ਸਿਸਟਮ ਆ, ਸੰਘੀ ਢਾਂਚਾ ਵਾ। ਹੁਣ ਵੇਖੋ ਕਿ ਜੇ ਸਾਡੇ ਰਾਜ ਸਰਕਾਰ ਨਾ ਹੁੰਦੀ ਤਾਂ ਸਾਡੇ ਭਾਰਤ ਦਾ ਸਾਰਾ ਸਿਸਟਮ ਦਿੱਲੀ ਤੋਂ ਚੱਲਦਾ। ਏਦਾਂ ਤੇ ਫਿਰ ਪਹਿਲਾਂ ਵੀ ਸੀ, ਮੁਗਲਾਂ ਵੇਲੇ ਲਾ ਲਓ, ਦਿੱਲੀ ਸਲਤਨਤ ਵੇਲੇ ਲਾ ਲਓ, ਏਦਾਂ ਤੇ ਫਿਰ ਪਹਿਲਾਂ ਵੀ ਸੀ। ਇਹੀ ਕਾਰਨ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਿਮੂਵ ਕੀਤਾ ਗਿਆ। ਸਾਡੇ ਕੇਂਦਰ ਸਰਕਾਰ ਜਿਹੜੀ ਆ, ਰਾਜ ਸਰਕਾਰ ਜੇ ਕੋਈ ਆਪਣੀ ਸਟੇਟ ਲਈ ਕੰਮ ਕਰਦੀ ਆ ਤੇ ਰਾਜ ਸਰਕਾਰ ਉਹਦੇ ਵਿੱਚ ਇੰਟਰਫੇਰੈਂਸ ਨਹੀਂ ਕਰ ਸਕਦੀ, ਠੀਕ ਆ। ਪਿੰਡ ਪੱਧਰ ਤੇ ਸਰਕਾਰ ਵੱਖਰੀ ਕੰਮ ਕਰਦੀ ਆ, ਪਰ ਇੱਕ ਚੀਜ਼ ਜ਼ਰੂਰੀ ਆ ਵੀ ਕਈ ਵਾਰੀ ਕੇਂਦਰ ਸਰਕਾਰ ਵੱਲੋਂ ਲਿਆ ਫੈਸਲਾ ਸਟੇਟ ਲੈਵਲ ਦੀ ਸਰਕਾਰ ਨੂੰ ਮੰਨਣਾ ਪਊਗਾ, ਇਹ ਚੀਜ਼ ਜ਼ਰੂਰੀ ਆ। ਸੋ ਸਮਝ ਗਏ ਨਾ ਸੰਘੀ ਢਾਂਚਾ ਕੀ ਆ। ਉਸ ਤੋਂ ਬਾਅਦ ਸੰਸਦੀ ਸ਼ਾਸਨ ਪ੍ਰਣਾਲੀ ਦਾ ਮਤਲਬ ਇਹ ਆ ਵੀ ਅਸੀਂ ਆਪਣੀ ਵੋਟ ਪਾ ਕੇ ਆਪਣਾ ਨੇਤਾ ਆਪ ਚੁਣਾਂਗੇ, ਇਹ ਹੁੰਦਾ ਵਾ ਸੰਸਦੀ ਸ਼ਾਸਨ ਪ੍ਰਣਾਲੀ। ਸ਼ਕਤੀਆਂ ਦੀ ਵੰਡ ਦਾ ਮਤਲਬ ਇਹ ਆ ਵੀ ਸ਼ਕਤੀਆਂ ਦੀ ਵੰਡ ਕੀਤੀ ਗਈ ਆ ਸਾਡੀ ਸਰਕਾਰ ਨੇ। ਸਾਡੇ ਕਾਰਜਪਾਲਿਕਾ ਵਾ, ਨਹੀਂ ਕਾਰਜਪਾਲਿਕਾ ਨਹੀਂ, ਪਹਿਲਾਂ ਵਿਧਾਨ ਪਾਲਿਕਾ ਆ, ਠੀਕ ਆ। ਵਿਧਾਨ ਪਾਲਿਕਾ ਦਾ ਕੰਮ ਕੀ ਆ? ਵਿਧਾਨ ਪਾਲਿਕਾ ਕਾਨੂੰਨ ਬਣਾਉਂਦੀ ਆ, ਤੇ ਜਿਹੜੀ ਕਾਰਜਪਾਲਿਕਾ ਵਾ, ਕਾਰਜਪਾਲਿਕਾ ਜਿਹੜੀ ਆ, ਕਾਰਜਪਾਲਿਕਾ ਕਾਨੂੰਨ ਨੂੰ ਲਾਗੂ ਕਰੂਗੀ, ਤੇ ਨਿਆਂਪਾਲਿਕਾ ਕੀ ਕਰੂਗੀ? ਨਿਆਂਪਾਲਿਕਾ ਨਿਆਂ ਕਰੂਗੀ। ਸੋ ਇਹ ਆ ਸਾਡੀਆਂ ਸ਼ਕਤੀਆਂ ਦੀ ਵੰਡ। ਸਾਡੇ ਸੰਵਿਧਾਨ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਆ, ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਵਿਧਾਨ ਪਾਲਿਕਾ ਕਾਨੂੰਨ ਬਣਾਉਂਦੀ ਆ, ਕਾਰਜਪਾਲਿਕਾ ਜਿਹੜੀ ਆ ਉਹ ਕਾਨੂੰਨਾਂ ਨੂੰ ਲਾਗੂ ਕਰਦੀ ਆ, ਨਿਆਂਪਾਲਿਕਾ ਜਿਹੜੀ ਆ ਉਹਦਾ ਕੰਮ ਕੀ ਆ? ਨਿਆਂ ਕਰਨਾ, ਠੀਕ ਆ। ਬਸ ਇਹੋ ਹੀ ਸਾਡੇ ਚੈਪਟਰ ਦੇ ਵਿੱਚ ਜ਼ਿਆਦੀਆਂ, ਹੋਰ ਕੁਛ ਨਹੀਂ ਆ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸੰਵਿਧਾਨ ਦੇ ਬਾਰੇ ਥੋੜਾ ਜਿਹਾ ਦੱਸ ਦਿੰਨੀ ਆ, ਇਸ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਨਾ ਥੋੜਾ ਜਿਹਾ ਸੰਵਿਧਾਨਕ ਸਭਾ ਦੇ ਬਾਰੇ ਇਹ ਡਾਟਾ ਨੋਟ ਕਰ ਲਓ, ਕਿਉਂਕਿ ਜੁਲਾਈ ਅਗਸਤ ਦੇ ਵਿੱਚ ਜਾ ਕੇ, ਕਿਉਂਕਿ 1946 ਦੇ ਵਿੱਚ ਜਾ ਕੇ ਸਾਡੀ ਬਣ ਗਈ ਸੰਵਿਧਾਨਕ ਸਭਾ, ਤੇ ਜੁਲਾਈ ਅਗਸਤ 1946 ਨੂੰ ਸਾਡੀਆਂ ਸੰਵਿਧਾਨਕ ਸਭਾ ਦੀਆਂ ਚੋਣਾਂ ਹੁੰਦੀਆਂ।
ਜਿਹਦੇ ਵਿੱਚ ਟੋਟਲ ਮੈਂਬਰ ਕਿੰਨੇ ਹੁੰਦੇ ਆ 399 ਮੈਂਬਰ ਹੁੰਦੇ ਆ 296 ਮੈਂਬਰ ਬ੍ਰਿਟਿਸ਼ ਪ੍ਰਾਂਤਾਂ ਤੋਂ। ਮੈਂ ਪਹਿਲਾਂ ਵੀ ਕਿਸੇ ਵੀਡੀਓ ਦੇ ਵਿੱਚ ਕਰਵਾਇਆ, ਬ੍ਰਿਟਿਸ਼ ਪ੍ਰਾਂਤਾਂ ਦਾ ਮਤਲਬ ਜਿਹੜੇ ਅੰਗਰੇਜ਼ਾਂ ਦੇ ਅਧੀਨ ਪ੍ਰਾਂਤ ਸੀਗੇ ਉਹ, ਤੇ ਦੇਸੀ ਰਿਆਸਤਾਂ ਤੋਂ 93 ਮੈਂਬਰ, ਮਤਲਬ ਜਿਨ੍ਹਾਂ ਤੇ ਰਾਜਿਆਂ ਦਾ ਸ਼ਾਸਨ ਸੀਗਾ ਉਹ ਇਲਾਕੇ। ਠੀਕ ਆ, ਤੇ 10 ਲੱਖ ਆਬਾਦੀ ਦੇ ਪਿੱਛੇ ਇੱਕ ਪ੍ਰਤੀਨਿਧ ਹੋਊਗਾ। ਇਹ ਸੀ ਸਾਡੀ ਸੰਵਿਧਾਨਕ ਸਭਾ ਦੀ ਜਿਹੜੀਆਂ ਵੋਟਾਂ ਹੋਈਆਂ, ਉਹ ਚੋਣ ਪ੍ਰਣਾਲੀ ਜਿਹੜੀ ਉਹ 10 ਲੱਖ ਆਬਾਦੀ ਦੇ ਪਿੱਛੇ ਇੱਕ ਪ੍ਰਤੀਨਿਧ ਹੋਊਗਾ। ਤੇ ਜੇਕਰ ਪੁੱਛਿਆ ਜਾਵੇ ਵੀ ਜਿਹੜੀਆਂ ਸਾਡੀਆਂ ਸੰਵਿਧਾਨਕ ਸਭਾ ਦੀਆਂ ਚੋਣਾਂ ਆਈਆਂ, ਇਹਦੇ ਵਿੱਚ ਕਾਂਗਰਸ ਨੇ ਕਿੰਨੀਆਂ ਸੀਟਾਂ ਜਿੱਤੀਆਂ? 208 ਸੀਟਾਂ ਜਿੱਤੀਆਂ ਸੀਗੀਆਂ ਕਾਂਗਰਸ ਨੇ। ਮੁਸਲਿਮ ਲੀਗ ਨੇ ਜਿੱਤੀਆਂ ਸੀਗੀਆਂ 73 ਸੀਟਾਂ। ਇਹ ਕਿਸੇ ਪੇਪਰ ਦੇ ਵਿੱਚ ਪੁੱਛਿਆ ਗਿਆ ਵਾ ਕਿ ਮੁਸਲਿਮ ਲੀਗ ਨੇ ਸੰਵਿਧਾਨਕ ਸਭਾ ਦੇ ਵਿੱਚੋਂ ਕਿੰਨੀਆਂ ਸੀਟਾਂ ਜਿੱਤੀਆਂ ਸੀਗੀਆਂ? 73 ਸੀਟਾਂ ਜਿੱਤੀਆਂ ਸੀਗੀਆਂ, ਤੇ ਆਜ਼ਾਦ ਸੀਟਾਂ ਹੈਗੀਆਂ ਸੀਗੀਆਂ 15। ਠੀਕ ਆ, ਉਸ ਤੋਂ ਬਾਅਦ ਜੇਕਰ ਪੁੱਛਿਆ ਜਾਵੇ ਕਿ ਸੰਵਿਧਾਨਕ ਸਭਾ ਬਣਾਉਣ ਦਾ ਵਿਚਾਰ ਕਿਹਨੇ ਦਿੱਤਾ ਸੀ? MN ਰਾਏ ਨੇ ਦਿੱਤਾ ਸੀ। ਠੀਕ ਆ, ਪਹਿਲੀ ਬੈਠਕ ਕਦੋਂ ਹੋਈ ਸੰਵਿਧਾਨਕ ਸਭਾ ਦੀ? 9 ਦਸੰਬਰ 1946 ਨੂੰ ਪਹਿਲੀ ਬੈਠਕ ਹੁੰਦੀ ਆ, ਪਰ ਇਹ ਬੈਠਕ ਕੈਂਸਲ ਹੋ ਜਾਂਦੀ। ਕਿਉਂ? ਕਿਉਂਕਿ ਇਹਦੀ ਪ੍ਰਧਾਨਗੀ ਚੁਣਨ ਲਈ 211 ਮੈਂਬਰ ਇਸ ਬੈਠਕ ਦੇ ਵਿੱਚ ਭਾਗ ਲੈਂਦੇ ਆ। ਇਹਦੀ ਪ੍ਰਧਾਨਗੀ ਡਾਕਟਰ ਸੱਚਿਆਨੰਦ ਸਿਨਹਾ ਕਰਨ ਲੱਗਦੇ ਆ, ਪਰ ਮੁਸਲਿਮ ਲੀਗ ਵਾਲੇ ਰੌਲਾ ਪਾ ਦਿੰਦੇ ਆ, ਮਤਲਬ ਉਹ ਇਹਨੂੰ ਪਸੰਦ ਨਹੀਂ ਕਰਦੇ। ਉਹ ਕਹਿੰਦੇ ਵੀ ਸੱਚਿਆਨੰਦ ਸਿਨਹਾ ਇਸ ਮੀਟਿੰਗ ਦੀ ਪ੍ਰਧਾਨਗੀ ਨਾ ਕਰੇ, ਰੌਲਾ ਰੱਪਾ ਪੈ ਜਾਂਦਾ ਵਾ, ਤੇ ਮੀਟਿੰਗ ਹੋ ਜਾਂਦੀ ਕੈਂਸਲ ਲਗਭਗ। ਉਸ ਤੋਂ ਬਾਅਦ ਦੂਜੀ ਮੀਟਿੰਗ ਹੁੰਦੀ ਆ 11 ਦਸੰਬਰ 1946 ਨੂੰ, 2 ਦਿਨ ਬਾਅਦ ਹੁੰਦੀ ਆ। ਠੀਕ ਹੈ, ਇਹਦੀ ਪ੍ਰਧਾਨਗੀ ਸੱਚਿਆਨੰਦ ਤੇ ਆਰਜੀ ਤੌਰ ਤੇ ਕਰ ਰਹੇ ਸੀ, ਪਰ ਪੱਕੇ ਤੌਰ ਤੇ ਡਾਕਟਰ ਰਜਿੰਦਰ ਪ੍ਰਸਾਦ ਨੇ ਜਿਹੜੀ ਸੀਗੀ ਕੀਤੀ ਆਪਣੀ ਜਿਹੜੀ 11 ਦਸੰਬਰ ਨੂੰ ਦੂਜੀ ਮੀਟਿੰਗ ਹੁੰਦੀ ਆ, ਇਹਦੀ ਪ੍ਰਧਾਨਗੀ ਕੀਤੀ ਡਾਕਟਰ ਰਜਿੰਦਰ ਪ੍ਰਸਾਦ ਨੇ। ਇਹੀ ਬੰਦਾ ਅੱਗੇ ਜਾ ਕੇ ਸਾਡੇ ਭਾਰਤ ਦਾ ਕੀ ਬਣਿਆ? ਪ੍ਰੈਜ਼ੀਡੈਂਟ ਬਣਿਆ। ਜੇਕਰ ਪੁੱਛਿਆ ਜਾਵੇ ਕਿ ਸੰਵਿਧਾਨਕ ਸਭਾ ਸਾਡਾ ਸੰਵਿਧਾਨ ਬਣਤੇ ਕਿੰਨਾ ਸਮਾਂ ਲੱਗਾ? 2 ਸਾਲ 11 ਮਹੀਨੇ 18 ਦਿਨ। ਖਰੜਾ ਕਰਕੇ ਵੀ ਪੁੱਛ ਲੈਂਦੇ ਆ, ਬਸ ਤੁਸੀਂ ਇਹਦੀ ਡਿਊਰੇਸ਼ਨ ਯਾਦ ਰੱਖਣੀ ਆ। 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਜਿਹੜਾ ਲੱਗਾ ਸੀ। ਤੇ ਠੀਕ ਆ, ਕਮੈਂਟ ਸੈਕਸ਼ਨ ਦੇ ਵਿੱਚ, ਅੱਛਾ ਚਲੋ ਮੈਂ ਦੱਸ ਹੀ ਦਿੰਨੀ ਆ, 26 ਨਵੰਬਰ ਨੂੰ ਸਾਡਾ ਸੰਵਿਧਾਨ ਜਿਹੜਾ ਸੀਗਾ ਉਹ ਬਣ ਕੇ ਤਿਆਰ ਹੋ ਗਿਆ ਸੀ। ਠੀਕ ਹੈ, 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ। ਤੇ ਲਾਗੂ ਕਦੋਂ ਹੋਇਆ ਇਹ ਤੁਸੀਂ ਮੈਨੂੰ ਦੱਸਣਾ ਵਾ ਕਮੈਂਟ ਸੈਕਸ਼ਨ ਦੇ ਵਿੱਚ, ਕਿਉਂਕਿ ਆਹ ਡਾਟਾ ਤੇ ਮੈਂ ਦੁਬਾਰੇ ਕਰਵਾ ਰਹੀ ਹਾਂ, ਮੈਂ ਕਰਵਾ ਚੁੱਕੀ ਹਾਂ ਪਹਿਲਾਂ ਵੀ। ਠੀਕ ਆ, ਤੇ ਇਹਦੇ ਨਾਲ ਜਿਹੜਾ ਵਾ ਸਾਡਾ 8th ਕਲਾਸ ਦੀ NCERT ਕੰਪਲੀਟ ਹੁੰਦੀ ਆ। ਟੋਟਲ 10 ਚੈਪਟਰ ਸੀ ਤੇ 10 ਦੇ 10 ਚੈਪਟਰ ਆਪਾਂ ਕਰ ਲਏ, ਤੇ ਬਹੁਤ ਹੀ ਜ਼ਿਆਦਾ ਇੱਕ ਸਕੂਨ ਮਿਲਦਾ ਜਦੋਂ ਸਿਲੇਬਸ ਕੋਈ ਕਵਰ ਹੁੰਦਾ ਟੀਚਰ ਨੂੰ, ਖਾਸ ਕਰਕੇ ਹਨਾ। ਤੇ ਆਪਣੀ 8th ਕਲਾਸ ਦੀ NCERT ਹੋ ਗਈ ਕੰਪਲੀਟ, ਤੇ ਹੁਣ ਆਪਾਂ ਕਰਾਂਗੇ 7th ਕਲਾਸ ਦੀ ਪੋਲਿਟੀ ਇਸੇ ਹੀ ਤਰੀਕੇ ਦੇ ਨਾਲ, ਬਰੀਕੀ ਦੇ ਨਾਲ। ਤੇ ਜੇਕਰ ਤੁਹਾਨੂੰ ਮੇਰੀਆਂ ਕਲਾਸਾਂ ਲੱਗਦੀਆਂ ਆ ਵਧੀਆ, ਤੇ ਪਲੀਜ਼ ਇੱਕ ਰਿਕੁਐਸਟ ਆ ਵੀ ਸ਼ੇਅਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ। ਲਾਈਕ ਕਰਨ ਦੇ ਕਿੰਨੇ ਕੁ ਪੈਸੇ ਲੱਗਦੇ ਆ ਹਨਾ, ਤੇ ਕੰਟੈਂਟ ਤੁਹਾਨੂੰ ਵੀ ਪਤਾ ਵਾ ਵੀ ਕੰਟੈਂਟ ਕਿੰਨਾ ਜ਼ਿਆਦਾ ਵਧੀਆ ਆ ਹਨਾ। ਤੇ ਲਾਈਕ ਕਰਨਾ ਨਾ ਭੁੱਲਿਆ ਕਰੋ। ਜੇਕਰ ਤੁਹਾਡਾ ਕੋਈ ਅੰਗੂਠਾ ਘਸ ਗਿਆ ਵਾ, ਫਿੰਗਰਪ੍ਰਿੰਟ ਘਸਦੇ ਆ, ਤਾਂ ਮੈਨੂੰ ਦੱਸ ਦਿਓ ਹਨਾ, ਤੇ ਉਹਦਾ ਕੋਈ ਆਪਾਂ ਹੱਲ ਲੱਭ ਲੈਨੇ ਆ। ਪਰ ਇਦਾਂ ਨਾ ਕਰਿਆ ਕਰੋ, ਕੰਜੂਸੀ ਨਾ ਦਿਖਾਇਆ ਕਰੋ, ਲਾਈਕ ਕਰ ਦਿਆ ਕਰੋ। ਲਾਈਕ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ, ਤੇ ਨਾ ਹੀ ਕੋਈ ਕਿੰਨਾ ਕੁ ਸਮਾਂ ਵਾ, 1 ਸੈਕਿੰਡ ਵੀ ਨਹੀਂ ਲੱਗਦਾ ਹਨਾ। ਇੱਕੋ ਵਾਰੀ ਲਾਈਕ ਕਰਨਾ, ਕਿਤੇ 2 ਵਾਰੀ ਨਾ ਕਰ ਦਿਓ। ਠੀਕ ਆ, ਤੇ ਆਪਾਂ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ, ਤੇ ਉਹਦੇ ਵਿੱਚ ਆਪਾਂ 7th ਕਲਾਸ ਦੀ ਪੋਲਿਟੀ ਤੇ ਜੰਪ ਕਰਾਂਗੇ ਇਸੇ ਹੀ ਤਰੀਕੇ ਦੇ ਨਾਲ, ਬਰੀਕੀ ਦੇ ਨਾਲ। ਤੇ ਪੜ੍ਹਦੇ ਰਹੋ ਤੇ ਮਿਹਨਤ ਕਰਦੇ ਰਹੋ, ਕਿਉਂਕਿ ਮਿਹਨਤ ਦਾ ਫਲ ਸਾਨੂੰ ਜ਼ਰੂਰ ਮਿਲਦਾ ਵਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।